ਵੈਲਕਮ ਟੂ ਐਕਸਲੇਟ ਕਲਾਸਿਸ। ਅੱਜ ਅਸੀਂ ਇਸ ਕਲਾਸ ਦੇ ਵਿੱਚ ਬਾਇਓਟ-ਸੇਵਰਟਸ ਲਾ ਦੀ ਐਪਲੀਕੇਸ਼ਨ ਨੂੰ ਡਿਸਕਸ ਕਰਾਂਗੇ, ਜਿਹਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਸਾਡੇ ਕੋਲੋਂ ਇੱਕ ਕਰੰਟ ਕੈਰਿੰਗ ਸਰਕੂਲਰ ਲੂਪ ਆ ਤੇ ਅਸੀਂ ਉਸ ਕਰੰਟ ਕੈਰਿੰਗ ਸਰਕੂਲਰ ਲੂਪ ਦੀ ਐਕਸਿਸ ਦੇ ਉੱਪਰ ਮੈਗਨੈਟਿਕ ਫੀਲਡ ਪਤਾ ਕਰਾਂਗੇ। ਮੰਨ ਲਓ ਸਾਡੇ ਕੋਲੋਂ ਕੀ ਆ, ਇੱਕ ਕਰੰਟ ਕੈਰਿੰਗ ਸਰਕੂਲਰ ਲੂਪ ਆ ਤੇ ਅਸੀਂ ਕਹਿ ਦਿੰਦੇ ਆ ਕਿ ਇਹਦਾ ਰੇਡੀਅਸ ਆ r ਤੇ ਇਹਦੇ ਸੈਂਟਰ ਤੋਂ x ਦੂਰੀ ਤੇ ਕੋਈ ਪੁਆਇੰਟ ਆਫ ਆਬਜ਼ਰਵੇਸ਼ਨ ਆ ਜਿੱਥੇ ਅਸੀਂ ਕੀ ਆ ਮੈਗਨੈਟਿਕ ਫੀਲਡ ਪਤਾ ਕਰਨਾ ਚਾਹੁੰਦੇ ਆ। ਜਿਵੇਂ ਕਿ ਸਾਨੂੰ ਬਾਇਓਟ-ਸੇਵਰਟਸ ਲਾ ਨੇ ਕਿਹਾ ਵਾ ਕਿ ਮੈਗਨੈਟਿਕ ਫੀਲਡ ਪਹਿਲਾਂ ਅਸੀਂ ਕਿਹਦੇ ਕਰਕੇ ਪਤਾ ਕਰਨਾ ਵਾ, ਕਰੰਟ ਐਲੀਮੈਂਟ ਦੇ ਕਰਕੇ। ਤੇ ਅਸੀਂ ਕੀ ਕਰਦੇ ਆ, ਇੱਥੇ ਇੱਕ ਕਰੰਟ ਐਲੀਮੈਂਟ ਲੈ ਲੈਂਦੇ ਆ ਲੂਪ ਦੇ ਉੱਪਰ। ਮੰਨ ਲੈਂਦੇ ਆ ਕਿ ਇਹ ਕੀ ਆ, ਸਾਡਾ ਕਰੰਟ ਐਲੀਮੈਂਟ ਆ ਆਈਡੀਐਲ। ਹੁਣ ਦੇਖੋ ਅਸੀਂ ਇਸ ਕਰੰਟ ਐਲੀਮੈਂਟ ਤੋਂ ਜਿਹੜੀ ਆ ਪੁਆਇੰਟ ਆਫ ਆਬਜ਼ਰਵੇਸ਼ਨ ਦੀ ਦੂਰੀ ਨੂੰ ਵੀ ਮਾਰਕ ਕਰ ਦਿੰਦੇ ਆ। ਅਸੀਂ ਕਹਿੰਦੇ ਆ ਕਿ ਇਹ ਜਿਹੜੀ ਦੂਰੀ ਆ r ਵਾ। ਤੇ ਹੁਣ ਜੇਕਰ ਇੰਨੇ ਪੈਰਾਮੀਟਰ ਅਸੀਂ ਪਹਿਲਾਂ ਇੰਟਰੋਡਿਊਸ ਕਰ ਲਏ ਆ ਤੇ ਹੁਣ ਜੇਕਰ ਅਸੀਂ ਬਾਇਓਟ-ਸੇਵਰਟਸ ਲਾ ਲਗਾਈਏ ਤੇ ਸਾਨੂੰ ਪਤਾ ਵਾ ਕਿ ਬਾਇਓਟ-ਸੇਵਰਟਸ ਲਾ ਕੀ ਕਹਿੰਦਾ ਹੈ ਕਿ ਇਸ ਕਰੰਟ ਐਲੀਮੈਂਟ ਦੇ ਕਰਕੇ ਮੈਗਨੈਟਿਕ ਫੀਲਡ ਕਿੰਨਾ ਬਣੇਗਾ, μ0 4 ਪਾਈ IDL sin θ/r ਸਕੁਅਰ। ਇਹ ਸਾਨੂੰ ਜਿਹੜਾ ਵਾ ਇਸ ਨਿਯਮ ਦੇ ਵਿੱਚ ਸਿਖਾਇਆ ਗਿਆ ਵਾ ਕਿ ਪਹਿਲਾਂ ਕੀ ਆ, ਇੱਕ ਕਰੰਟ ਐਲੀਮੈਂਟ ਦੇ ਕਰਕੇ ਮੈਗਨੈਟਿਕ ਫੀਲਡ ਪਤਾ ਕਰ ਲਵੋ। ਪਰ ਇਸ ਕੇਸ ਦੇ ਵਿੱਚ ਦੇਖੋ, ਮੈਂ ਇਸ ਐਂਗਲ ਨੂੰ ਫਾਈ ਐਂਗਲ ਕਹਿ ਦਿੰਦਾ। ਇਸ ਕੇਸ ਦੇ ਵਿੱਚ ਇਨ ਦਿਸ ਕੇਸ ਜਿਹੜਾ ਫਾਈ ਐਂਗਲ ਆ ਨਾ, ਉਹ ਹਮੇਸ਼ਾ ਕੀ ਰਹਿਣਾ ਵਾ, 90 ਡਿਗਰੀ ਰਹਿਣਾ ਵਾ। ਤੇ ਜੇ 90 ਡਿਗਰੀ ਰਹਿਣਾ ਵਾ ਤੇ ਇਹਦੀ ਵੈਲਿਊ ਕਿੰਨੀ ਰਹਿਣੀ ਆ, +1 ਰਹਿਣੀ ਆ। ਤੇ ਹੁਣ ਜੇਕਰ ਮੈਂ ਕਹਾਂ ਕਿ ਇਸ ਕਰੰਟ ਐਲੀਮੈਂਟ ਦੇ ਕਰਕੇ ਜਿਹੜਾ ਡਿਫਰੈਂਸ਼ੀਅਲ ਮੈਗਨੈਟਿਕ ਫੀਲਡ ਬਣਿਆ ਵਾ P ਵਾਲੀ ਜਗ੍ਹਾ ਦੇ ਉੱਪਰ, ਤੇ ਉਹ ਕਿੰਨਾ ਬਣੇਗਾ, ਉਹ ਬਣੇਗਾ dB = μ0 4 ਪਾਈ IDL/r ਸਕੁਅਰ। ਪਹਿਲਾਂ ਇਸ ਚੀਜ਼ ਨੂੰ ਧਿਆਨ ਨਾਲ ਦੇਖਿਆ ਜਾਵੇ ਕਿ ਇਹ ਜਿਹੜਾ ਐਂਗਲ ਆ, ਮਤਲਬ ਕਰੰਟ ਐਲੀਮੈਂਟ ਤੇ ਰੇਡੀਅਸ ਜਿਹੜਾ, ਇਹ ਸਾਡਾ ਜਿਹੜਾ ਪੋਜੀਸ਼ਨ ਵੈਕਟਰ ਵਾ ਆਬਜ਼ਰਵੇਸ਼ਨ ਪੁਆਇੰਟ ਦਾ, ਇਹਦੇ ਵਿੱਚ ਐਂਗਲ 90 ਬਣਨਾ ਕਿਵੇਂ ਆ। ਹੁਣ ਦੇਖੋ ਆਮ ਬੱਚੇ ਕੀ ਕਰਦੇ ਆ, ਆਮ ਬੱਚੇ ਇਹ ਵਾਲਾ ਐਂਗਲ ਸੋਚ ਲੈਂਦੇ ਆ ਕਿ ਇਹ ਵਾਲਾ ਐਂਗਲ 90 ਡਿਗਰੀ ਆ। ਦੇਖੋ ਇਹ ਵਾਲਾ ਐਂਗਲ ਜਿਹੜਾ ਵਾ 90 ਡਿਗਰੀ ਨਹੀਂ ਆ। ਜਿਹੜਾ ਇਹ ਸਾਈਨ ਫਾਈ ਐਂਗਲ ਆ, ਇਹ ਕਿਹਦੇ ਵਿੱਚ ਵਾ, ਸਾਨੂੰ ਪਤਾ ਵਾ ਕਿ ਫਾਈ ਐਂਗਲ ਜਿਹੜਾ ਵਾ ਉਹ ਕਿਹਦੇ ਵਿੱਚ ਆ, ਐਂਗਲ ਬਿਟਵੀਨ ਆਈਡੀਐਲ ਐਂਡ r, ਇਹਨਾਂ ਦੇ ਵਿੱਚ ਐਂਗਲ ਆ। ਹੁਣ ਇਹਨਾਂ ਦੇ ਵਿੱਚ ਇਸ ਐਂਗਲ ਨੂੰ ਆਪਾਂ ਇਸ ਡਾਇਗਰਾਮ ਦੇ ਵਿੱਚ ਕਿੱਥੇ ਸੈੱਟ ਕਰਾਂਗੇ, ਮਤਲਬ ਇਹ ਕਿਹੜਾ ਐਂਗਲ ਆ। ਸਾਨੂੰ ਪਤਾ ਵਾ ਕਿ ਜੇਕਰ ਇਸ ਜਗ੍ਹਾ ਤੇ ਕਰੰਟ ਦੀ ਡਾਇਰੈਕਸ਼ਨ ਜਿਹੜੀ ਆ ਉਹ ਕਲੌਕਵਾਈਜ਼ ਆ ਤੇ ਕਰੰਟ ਐਲੀਮੈਂਟ ਦੀ ਡਾਇਰੈਕਸ਼ਨ ਕਿਹੜੀ ਬਣਨੀ ਆ, ਸਾਨੂੰ ਪਤਾ ਵਾ ਕਿ ਕਰੰਟ ਐਲੀਮੈਂਟ ਦੀ ਡਾਇਰੈਕਸ਼ਨ ਬਣੇਗੀ ਇਹ ਵਾਲੀ। ਹੁਣ ਜੇਕਰ ਆਪਾਂ ਇਸ 3D ਡਾਇਗਰਾਮ ਨੂੰ ਸਮਝੀਏ ਤੇ ਇਹ ਵਾਲੇ ਐਂਗਲ ਦੀ ਗੱਲ ਹੋ ਰਹੀ ਆ 90 ਡਿਗਰੀ। ਦੇਖੋ ਕਿਵੇਂ ਹੋ ਰਹੀ ਆ, ਮੰਨ ਲਓ ਮੇਰੇ ਕੋਲੋਂ ਕੀ ਆ, ਇੱਕ ਰਿੰਗ ਵਾ, ਕਰੰਟ ਕੈਰਿੰਗ ਕੰਡਕਟਰ ਵਾ, ਤੇ ਇਸ ਕੰਡਕਟਰ ਦੇ ਉੱਪਰ ਮੈਂ ਇਹ ਜਿਹੜਾ ਬਲੈਕ ਪੋਰਸ਼ਨ ਆ ਨਾ, ਇਹਨੂੰ ਕੀ ਮੰਨ ਲਿਆ, ਇੱਕ ਕਰੰਟ ਐਲੀਮੈਂਟ ਮੰਨ ਲਿਆ। ਤੇ ਜੇਕਰ ਇਹਨੂੰ ਮੈਂ ਕਰੰਟ ਐਲੀਮੈਂਟ ਮੰਨਿਆ ਨਾ, ਤੇ ਹੁਣ ਇਸ ਕਰੰਟ ਐਲੀਮੈਂਟ ਦੀ ਡਾਇਰੈਕਸ਼ਨ ਕੀ ਆ, ਉਹ ਇਸ ਐਰੋ ਦੇ ਵਿੱਚ ਵਾ। ਇਹ ਕਰੰਟ ਐਲੀਮੈਂਟ ਦੀ ਡਾਇਰੈਕਸ਼ਨ ਆ। ਤੇ ਜੇਕਰ ਆਪਾਂ ਇਸੇ ਜਗ੍ਹਾ ਤੇ r ਬਣਾਈਏ ਤੇ r ਕਿਵੇਂ ਬਣੇਗਾ, ਸਾਨੂੰ ਪਤਾ ਹੈ ਕਿ r ਇਸ ਤਰੀਕੇ ਨਾਲ ਬਣੇਗਾ। ਹੁਣ ਦੇਖੋ ਇਹਨਾਂ ਦੋਨਾਂ ਦੇ ਵਿੱਚ ਅਸੀਂ ਕਿਹੜਾ ਐਂਗਲ ਨੋਟ ਕਰ ਰਹੇ ਹਾਂ, ਅਸੀਂ ਇਹ ਵਾਲਾ ਐਂਗਲ ਨੋਟ ਕਰ ਰਹੇ ਹਾਂ। ਤੇ ਇਹ ਐਂਗਲ ਕਿੰਨਾ ਬਣਨਾ ਵਾ, ਇਹ ਐਂਗਲ ਬਣਨਾ ਵਾ 90 ਡਿਗਰੀ। ਇੱਥੇ ਇਹ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਇਹ ਜਿਹੜੀ ਲੂਪ ਪਈ ਹੋਈ ਆ ਨਾ, ਇਹ ਇਸ ਤਰੀਕੇ ਨਾਲ ਪਈ ਹੋਈ ਆ, ਇਸ ਤਰੀਕੇ ਨਾਲ। ਤੇ ਜੇਕਰ ਇਹ ਇਸ ਤਰੀਕੇ ਨਾਲ ਪਈ ਹੋਈ ਆ ਤੇ ਇਹ ਜਿਹੜਾ ਮੈਂ ਹੱਥ ਦੇ ਵਿੱਚ ਇੱਕ ਐਰੋ ਲੈ ਰਿਹਾ ਵਾਂ ਜਾਂ ਇੱਕ ਸਟਿਕ ਲੈ ਰਿਹਾ ਵਾਂ, ਇਹ ਕਿਸ ਤਰੀਕੇ ਨਾਲ ਆ, ਇਹ ਕੀ ਆ, r ਵਾ। ਇਹ r ਲਈ ਹੋਈ ਆ, ਮੈਂ ਇਸ ਡਾਇਗਰਾਮ ਦੇ ਵਿੱਚ ਜਿਹੜੀ r ਲਈ ਹੋਈ ਆ। ਤੇ ਹੁਣ ਇਹਨਾਂ ਦੋਨਾਂ ਦੇ ਵਿੱਚ ਐਂਗਲ ਕਿਹੜਾ ਵਾ, 90 ਡਿਗਰੀ ਆ। ਮੈਂ ਫੇਰ ਕਹਿ ਰਿਹਾ ਕਿ ਇਹ ਜਿਹੜਾ 90 ਡਿਗਰੀ ਐਂਗਲ ਆ, ਇਹ ਕਿਹਦੇ ਵਿੱਚ ਵਾ, ਕਰੰਟ ਐਲੀਮੈਂਟ ਦੀ ਡਾਇਰੈਕਸ਼ਨ ਦੇਖੋ ਕਿੱਧਰ ਨੂੰ ਆ, ਉਹ ਡਾਇਰੈਕਸ਼ਨ ਆ ਇੱਧਰ ਨੂੰ। ਤੇ r ਕਿੱਧਰ ਨੂੰ ਆ, r ਐਕਸਿਸ ਵੱਲ ਆ ਰਿਹਾ, ਸੈਂਟਰ ਵੱਲ। ਇਹ ਵਾਲੇ r ਦੀ ਗੱਲ ਕਰਦਾ ਪਿਆ ਮੈਂ, ਛੋਟੇ r ਦੀ। ਤੇ ਛੋਟਾ r ਇਸ ਤਰੀਕੇ ਨਾਲ ਨੀਚੇ ਨੂੰ ਆ ਰਿਹਾ ਵਾ। ਤੇ ਹੁਣ ਇਹਦੇ ਵਿੱਚ ਐਂਗਲ ਕਿੰਨਾ ਬਣਦਾ ਪਿਆ ਵਾ, 90 ਡਿਗਰੀ। ਹੁਣ ਜੇਕਰ ਇਹ ਕਰੰਟ ਐਲੀਮੈਂਟ ਨੀਚੇ ਆ ਜਾਏਗਾ, ਮੰਨ ਲਓ ਕਿ ਇਹ ਕਰੰਟ ਐਲੀਮੈਂਟ ਨੀਚੇ ਆ ਗਿਆ, ਤੇ ਹੁਣ
ਇਹ ਜਿਹੜਾ आर वा पॉइंट ऑफ ऑब्जरवेशन आ वो किद्दां हो जाएगा, वो इस तरीके नाल हो जाएगा। हुण भी इन्हां दे विच ए वाला जिहड़ा एंगल आ वो किन्ना बनेगा 90 डिग्री। तुसी इस करंट एलीमेंट नूं किते भी मान सकदे जो, चाहे तुसी इस पोजीशन ते मान लो तां भी जिहड़ा ये एंगल आ वो किहड़ा बनेगा 90 डिग्री बनेगा। तुसी इस गल च कन्फ्यूज नहीं होना कि ये जिहड़ा एंगल आ ये शायद हरे इत्थे बन रहा वा, ਇੱਥੇ नहीं बन रहा, छोटे आर दे नाल नहीं बन रहा, ये किहदे नाल बन रहा वा, छोटे आर नाल बन रहा वा, वड्डे आर नाल नहीं बन रहा। ते बन किवें रहा वा, बन इस तरीके नाल रहा वा। ए की आ करंट एलीमेंट दी डायरैक्शन ते ए की आ छोटा आर, ते एंगल थीटा वा ए वाला एंगल आ जिहड़ा मैं इत्थे दस रहा वां। सो इत्थे जिहड़ा पिक्चर दे विच आ ना वो बहुत ज़्यादा क्लीयर नहीं हुंदा। तुसीं जिवें मैं तुहानूं एक टीचिंग एड लैके जां एक सर्कुलर रिंग लैके समझाया, तुसीं उहदे तो सोचना वा कि ये एंगल किहड़ा वा, ये एंगल कितना बनेगा 90 बनेगा, तो ये पूरे सर्कल वास्ते 90 बनेगा। तुसीं करंट एलीमेंट नीचे लै लो तां भी 90 बनेगा, इस जगह ते लै लो तां भी 90 बनेगा, तो इस जगह ते लै लो तां भी 90 बनेगा। सो साडे कोलों जिहड़ी इक्वेशन आ गई आ वो की आ गई आ, एक नंबर ए वाली आ गई आ। हुण देखो जेकर आपां कहीए कि इस जगह के उपर मैगनैटिक फील्ड की डायरैक्शन किधर नूं आ, तो मैगनैटिक फील्ड की डायरैक्शन किधर नूं होनी आ, जिस प्लेन दे विच आईडियल ते आर लाई करदे आ उस प्लेन दे परपेंडिकुलर। ते इस जगह के उपर जिहड़ी आ साडे कोलों जिहड़ी परपेंडिकुलर की डायरैक्शन किधर नूं आउणी आ, इधर नूं आउणी आ। मैगनैटिक फील्ड किधर नूं होएगा, इस जगह ते होएगा। किहदे करके, ਇਹਦੇ ਕਰਕੇ मैं इत्थे DB लिख दिना क्योंकि ये की आ समॉल करंट एलीमेंट दे करके मैगनैटिक फील्ड आ। हुण तुसीं ये जिहड़ी चीज़ आ इहनूं भी तुसीं इत्थों ही देख सकदे जो। मान लो साडे कोलों की आ ये करंट एलीमेंट दी डायरैक्शन आ, ते ये की सी, ये नीचे नूं आ रहा सी, ये जिहड़ी स्टिक आ नीचे नूं आ रही सी। इन्हां दा प्लेन की आ, इन्हां दा प्लेन थोड़ा जिहा की आ तिरछा वा, मतलब सामने वाले पासे की आ निवाण दे विच वा। ते जेकर इहदे उपर मैं एक पेज रखां ते जिहड़ा मैगनैटिक फील्ड की डायरैक्शन वो इस तरीके नाल आएगी 90 डिग्री, उदा इस तरीके नाल एंगल बनेगा। तुसीं इत्थे जजमेंट करके देख लेना कि इस केस दे विच जिहड़ा वा इस करंट एलीमेंट दे करके जिहड़ा मैगनैटिक फील्ड की डायरैक्शन बननी आ वो इस डायरैक्शन दे विच बननी आ। हुण देखो इस केस दे विच आपां देख लिया कि मैगनैटिक फील्ड की डायरैक्शन जिहड़ी आ वो इस एज पर डायग्राम बननी आ। हुण आपां की करना वा, आपां पता करना वा पूरी इस करंट कैरिंग सर्कुलर लूप द्वारा बनाए गए मैगनैटिक फील्ड बारे। तो जे आपां पूरे बारे पता करना वा तो सानू सारे करंट एलीमेंट लेने पैने आ इस तरीके नाल, जिन्ने भी इस सर्कुलर लूप दे उपर आ। तो सानू पता वा कि सारे करंट एलीमेंट की जिहड़ी आ टोटल लेंथ कितनी बननी आ, टोटल लेंथ बननी आ 2 पाई आर, जिहड़ा कि इहदा की होएगा सरकमफ्रेंस होएगा। मैं इसे तरीके नाल एक नीचे करंट एलीमेंट मानदा, तो इस करंट एलीमेंट की गल करिए तो यह करंट एलीमेंट भी की करेगा, इस जगह के उपर मैगनैटिक फील्ड बनाएगा। किस तरीके नाल बनाएगा, इस तरीके नाल। इत्थे भी की आ, इत्थे भी जिहड़ा वा आईडियल ते इस आर वैक्टर दे विच एंगल कितना बनना वा, फिर 90 बनना वा, जिवें मैं डायग्राम च समझाया सी। पर इस मैगनैटिक फील्ड की डायरैक्शन किधर नूं बननी आ, इस मैगनैटिक फील्ड की डायरैक्शन किधर नूं बननी आ, इस जगह ते बननी आ। तुसीं बना के देख सकदे जो कि इस आइडियल दा ते इहदा जिहड़ा प्लेन आ वो किवें बनना वा। जिवें साडे कोलों इत्थे सी कि हुण ये मैगनैट जिहड़ा करंट एलीमेंट आ ये की आ गया, नीचे आ गया, इस तरीके नाल नीचे आ गया। साडा जिहड़ा पॉइंट P आ वो इस जगह के उपर आ, बिल्कुल सेंटर के सामने। थोड़ा जिहा इत्थों की करांगे आपां उपर करांगे, इस जगह ते आ। हुण इहदा आपां एक प्लेन बनावांगे ना, इस तरीके नाल प्लेन बनावांगे तो मैगनैटिक तुसीं फ्लेमिंग रूल नाल जां राइट हैंड रूल दे नाल जिहड़ा वा इहदी मैगनैटिक फील्ड की डायरैक्शन की जजमेंट करोगे ना वो इधर नूं जाएगा, क्योंकि इहदा जिहड़ा मैगनैटिक फील्ड बनना ना नीचे वाले दा वो देखो इस तरीके नाल बनना वा, थोड़ा जिहा उपर नूं। जे थोड़ा जिहा उपर नूं बनेगा तो जिहड़ी मैगनैटिक फील्ड की डायरैक्शन आ वो नीचों इस तरीके नाल बाहर आएगी। ते पर जेकर असीं कहीए कि साडे कोलों करंट एलीमेंट साइड ते आ, ते जे असीं कहीए कि ए करंट एलीमेंट साइड ते आ, हुण ए की आ, ए साडा एक्स वा, सॉरी छोटा आर वा। हुण इहदा मैगनैटिक फील्ड इधर प्लेन बन गया
ਤੇ ਜੇ ਇਹਦਾ ਪਲੇਨ ਇੱਧਰ ਬਣ ਗਿਆ ਤੇ ਇਹਦਾ ਮੈਗਨੈਟਿਕ ਫੀਲਡ ਸਾਹਮਣੇ ਵਾਲੇ ਪਾਸੇ ਬਣਨਾ। ਸਾਨੂੰ ਜਿਹੜਾ ਇੱਥੇ ਮੈਗਨੈਟਿਕ ਫੀਲਡ ਮਿਲਣਾ ਵਾ ਨਾ, ਜਿਵੇਂ ਸਾਨੂੰ ਇਹਨਾਂ ਦੋਵਾਂ ਦੇ ਕਰਕੇ ਕਿੱਦਾਂ ਮਿਲ ਰਿਹਾ ਵਾ, ਇਸ ਤਰੀਕੇ ਨਾਲ ਮਿਲ ਰਿਹਾ ਵਾ। ਤੇ ਜੇ ਅਸੀਂ ਕਰੰਟ ਐਲੀਮੈਂਟ ਇੱਥੇ ਲੈ ਲਈਏ ਤੇ ਸਾਨੂੰ ਮੈਗਨੈਟਿਕ ਫੀਲਡ ਜਿਹੜਾ ਵਾ ਉਹ ਕਿਸ ਤਰੀਕੇ ਨਾਲ ਮਿਲਣਾ, ਇਸ ਤਰੀਕੇ ਨਾਲ ਮਿਲਣਾ ਵਾ। ਤੇ ਜੇ ਅਸੀਂ ਸਾਰੇ ਹੀ ਕਰੰਟ ਐਲੀਮੈਂਟ ਲੈ ਲਈਏ ਨਾ ਤੇ ਇਸ ਜਗ੍ਹਾ ਤੇ ਸਾਨੂੰ ਕਿਸ ਤਰੀਕੇ ਦਾ ਮੈਗਨੈਟਿਕ ਫੀਲਡ ਮਿਲਣਾ ਵਾ, ਜਿਵੇਂ ਸਾਨੂੰ ਇੱਥੇ ਇਦਾਂ ਮਿਲਿਆ, ਇਸ ਤਰੀਕੇ ਨਾਲ ਚਾਰੋਂ ਪਾਸੇ ਮਿਲਣਾ। ਇਸ ਤਰੀਕੇ ਨਾਲ ਜਿਵੇਂ ਸਾਡੇ ਹੱਥ ਵਾ, ਇਸ ਤਰੀਕੇ ਨਾਲ ਚਾਰੋਂ ਤਰਫ ਹੀ ਸਾਨੂੰ ਇਹਦਾ ਕੀ ਆ, ਮੈਗਨੈਟਿਕ ਫੀਲਡ ਮਿਲਣਾ ਵਾ। ਹੁਣ ਇਹ ਜਿਹੜਾ ਮੈਗਨੈਟਿਕ ਫੀਲਡ ਆ ਇਹ ਕੀ ਆ, ਇਹ ਇਸ ਤਰੀਕੇ ਨਾਲ ਆ ਚਾਰੋਂ ਤਰਫ। ਜਿਹੜੇ ਸਾਈਡ ਵਾਲੇ ਆ ਉਹਨਾਂ ਦਾ ਇੱਧਰ ਨੂੰ ਆ, ਜਿਹੜੇ ਉੱਪਰ ਵਾਲੇ ਆ ਉਹਨਾਂ ਦਾ ਇੱਧਰ ਨੂੰ ਆ, ਜਿਹੜੇ ਕਿਤੇ ਇੱਥੇ ਹੋਣਗੇ ਉਹਨਾਂ ਦਾ ਇੱਧਰ ਨੂੰ ਹੋਏਗਾ। ਮਤਲਬ ਅਲਟੀਮੇਟਲੀ ਮੈਗਨੈਟਿਕ ਫੀਲਡ ਇਸ ਤਰੀਕੇ ਦਾ ਹੋਏਗਾ। ਤੇ ਇਸ ਮੈਗਨੈਟਿਕ ਫੀਲਡ ਨੂੰ ਆਪਾਂ ਕੀ ਆ, ਇਸ ਮੈਗਨੈਟਿਕ ਫੀਲਡ ਨੂੰ ਆਪਾਂ ਜੋੜਨਾ ਵਾ। ਜੋੜਾਂਗੇ ਤੇ ਤਾਂ ਹੀ ਆਪਾਂ ਪੂਰੀ ਲੈਂਥ ਦਾ ਜਿਹੜਾ ਮੈਗਨੈਟਿਕ ਫੀਲਡ ਵਾ ਉਹ ਦੱਸ ਸਕਾਂਗੇ। ਤੇ ਪਰ ਇੱਥੇ ਕੀ ਪ੍ਰੋਬਲਮ ਆ, ਇੱਥੇ ਪ੍ਰੋਬਲਮ ਇਹ ਆ ਕਿ ਅਸੀਂ ਇਸ ਮੈਗਨੈਟਿਕ ਫੀਲਡ ਨੂੰ ਡਾਇਰੈਕਟਲੀ ਜੋੜ ਨਹੀਂ ਸਕਦੇ, ਕਿਉਂਕਿ ਇਹ ਜਿਹੜੇ ਮੈਗਨੈਟਿਕ ਫੀਲਡ ਬਣ ਰਹੇ ਆ ਨਾ, ਇਹ ਛੋਟੇ ਛੋਟੇ ਕਰੰਟ ਐਲੀਮੈਂਟ ਦੇ ਕਰਕੇ ਮੰਨੇ ਹੋਏ ਆ। ਤੇ ਜੇ ਇਸੇ ਤਰੀਕੇ ਨਾਲ ਅਸੀਂ ਇੱਥੇ ਮੰਨ ਲਈਏ ਨਾ ਇੱਕ ਕਰੰਟ ਐਲੀਮੈਂਟ, ਸਿਰਫ ਮੈਂ ਸਮਝਾਉਣ ਦੇ ਪਰਪਸ ਨਾਲ ਹੀ ਕਹਿ ਰਿਹਾ ਵਾਂ, ਤੇ ਉਹਦਾ ਮੈਗਨੈਟਿਕ ਫੀਲਡ ਜਿਹੜਾ ਵਾ ਕਿਸ ਤਰੀਕੇ ਨਾਲ ਬਣਨਾ ਵਾ, ਇਸ ਤਰੀਕੇ ਨਾਲ ਬਣਨਾ ਵਾ। ਤੇ ਜੇ ਮੈਂ ਇੱਥੇ ਮੰਨ ਲਾਂ ਤੇ ਉਹਦਾ ਅੰਦਰ ਇਸ ਤਰੀਕੇ ਨਾਲ ਬਣਨਾ ਵਾ, ਮਤਲਬ ਅੰਦਰ ਨੂੰ ਜਾਏਗੀ ਇਹ ਵਾਲੀ ਲਾਈਨ ਅੰਦਰ ਨੂੰ। ਤੇ ਆਪਾਂ ਇਹ ਸਾਰੇ ਮੈਗਨੈਟਿਕ ਫੀਲਡ ਜੋੜਨੇ ਆ ਤੇ ਡਾਇਰੈਕਟਲੀ ਅਸੀਂ ਇਹਨਾਂ ਨੂੰ ਜੋੜ ਨਹੀਂ ਸਕਦੇ, ਕਿਉਂਕਿ ਇੱਕ ਵੈਕਟਰ ਕੁਆਂਟੀਟੀ ਆ ਮੈਗਨੈਟਿਕ ਫੀਲਡ, ਤੇ ਇਹਨਾਂ ਨੂੰ ਜੋੜਨ ਵਾਸਤੇ ਸਾਨੂੰ ਵੈਕਟਰ ਦੇ ਰੂਲ ਅਪਣਾਉਣੇ ਪੈਣੇ ਆ। ਅਸੀਂ ਕੀ ਕਰਦੇ ਆ, ਅਸੀਂ ਇੱਥੇ ਇੱਕ ਪਰਪੈਂਡੀਕੂਲਰ ਡਰਾ ਕਰਦੇ ਆ। ਸਾਡੇ ਕੋਲੋਂ ਕੀ ਆ, ਇੱਥੇ ਇੱਕ ਪਰਪੈਂਡੀਕੂਲਰ ਡਰਾ ਕਰ ਲੈਂਦੇ ਆ ਅਸੀਂ ਕਿ ਮੰਨ ਲਓ ਇਹ ਕੀ ਆ, ਇੱਕ ਪਰਪੈਂਡੀਕੂਲਰ ਆ, ਤੇ ਇਸ ਪਰਪੈਂਡੀਕੂਲਰ ਦੇ ਨਾਲ ਮੰਨ ਲਓ ਇਹ ਐਂਗਲ ਕਿੰਨਾ ਵਾ, ਥੀਟਾ ਵਾ। ਜੇਕਰ ਇਹ ਐਂਗਲ ਥੀਟਾ ਬਣੇਗਾ ਨਾ ਤਾਂ ਤੁਸੀਂ ਵੇਖੋਗੇ ਕਿ ਇਹ ਵੀ ਐਂਗਲ ਕਿੰਨਾ ਬਣਨਾ ਵਾ, ਥੀਟਾ ਹੀ ਬਣਨਾ ਵਾ। ਕਿਵੇਂ ਬਣਨਾ ਵਾ, ਮੈਂ ਇਹਦੀ ਥੋੜੀ ਜੀ ਐਕਸਪਲੇਨੇਸ਼ਨ ਦੇ ਦਿੰਦਾ ਵਾ। ਇੱਥੇ ਕੀ ਆ, ਦੇਖੋ ਇੱਥੇ ਇਹਨਾਂ ਗ੍ਰੀਨ ਲਾਈਨਸ ਦੇ ਵਿੱਚ ਜਿਹੜਾ ਐਂਗਲ ਬਣਦਾ ਵਾ, ਮਤਲਬ ਇਹ ਸਾਡੇ ਕੋਲ ਡਾਇਗਰਾਮ ਕਿਵੇਂ ਬਣੀ ਆ, ਇਸ ਤਰੀਕੇ ਨਾਲ ਬਣੀ ਆ। ਇਹ ਆਪਾਂ ਕਿਹਨੂੰ ਰਿਪਰੈਜ਼ੈਂਟ ਕਰਦਾ ਵਾ, ਆਰ ਨੂੰ ਕਰਦਾ ਵਾ। ਤੇ ਇੱਥੇ ਆਪਾਂ ਬਣਾਇਆ ਹੋਇਆ ਵਾ ਐਕਸ। ਆਪਾਂ ਕੀ ਕਿਹਾ, ਆਪਾਂ ਕਿਹਾ ਕਿ ਆਹ ਵਾਲਾ ਜਿਹੜਾ ਐਂਗਲ ਆ ਨਾ ਇਹ 90 ਡਿਗਰੀ ਆ। ਇਹ ਤਾਂ ਸਾਨੂੰ ਪਤਾ ਹੀ ਆ ਕਿ ਆਹ ਵਾਲਾ ਐਂਗਲ 90 ਡਿਗਰੀ ਆ। ਕਿਉਂ, ਕਿਉਂਕਿ ਇਹ ਆਈਡੀਅਲ ਤੇ ਆਰ ਦੇ ਪਲੇਨ ਦੇ ਪਰਪੈਂਡੀਕੂਲਰ ਬਣਾਇਆ ਹੋਇਆ ਵਾ। ਤੇ ਦੂਜਾ ਅਸੀਂ ਕੀ ਕਿਹਾ, ਦੂਜਾ ਅਸੀਂ ਕਿਹਾ ਕਿ ਆ ਵੀ ਜਿਹੜਾ ਐਂਗਲ ਆ ਉਹ ਵੀ 90 ਡਿਗਰੀ ਆ, ਕਿਉਂਕਿ ਇਹ ਬਲੂ ਲਾਈਨ ਵਾਲਾ ਨਾਰਮਲ ਅਸੀਂ ਕੀ ਆ, ਹੁਣ ਬਣਾਇਆ ਹੋਇਆ ਵਾ। ਤੇ ਜੇਕਰ ਅਸੀਂ ਇਹ ਗੱਲ ਕਹੀਏ ਕਿ ਇਹ ਵਾਲਾ ਐਂਗਲ ਜਿਹੜਾ ਵਾ ਥੀਟਾ ਵਾ, ਤੇ ਫਿਰ ਅਸੀਂ ਕੀ ਕਵਾਂਗੇ, ਦੇਖੋ ਮੈਂ ਇਹਨੂੰ 1 ਨੰਬਰ ਦੇ ਦਿੰਦਾ, ਜਾਂ ਤੁਸੀਂ ਡਾਇਰੈਕਟਲੀ ਵੀ ਇਹਨੂੰ ਸੋਚ ਸਕਦੇ ਜੋ। ਜੇ ਇਹ ਐਂਗਲ ਥੀਟਾ ਵਾ, ਦੇਖੋ ਇਸ ਥੀਟਾ ਦਾ ਤੇ ਇਸ ਐਂਗਲ 1, ਮੈਂ ਇਹਨੂੰ ਐਂਗਲ 1 ਦਿੰਦਾ, ਮਤਲਬ ਐਂਗਲ ਥੀਟਾ ਜਮਾ ਐਂਗਲ 1 ਕਿੰਨਾ ਵਾ, 90 ਡਿਗਰੀ। ਕਿਹਦੇ ਕਿਹਦੇ ਵਿੱਚ, ਆਰ ਦਾ ਤੇ ਡੀਬੀ ਦਾ। ਇਹੀ ਬਣਿਆ। ਹੁਣ ਦੇਖੋ ਨੀਚੇ, ਨੀਚੇ ਕੀ ਆ, ਮੈਂ ਕਹਿੰਦਾ ਵਾਂ ਕਿ ਇਹ ਥੀਟਾ, ਇਹ 1 ਤੇ ਇਹ 2। ਜੇਕਰ ਅਸੀਂ ਇੱਥੇ 1 ਤੇ 2 ਦੀ ਵੀ ਗੱਲ ਕਰੀਏ ਨਾ ਕਿ ਐਂਗਲ 1 ਤੇ ਐਂਗਲ 2, ਇਹ ਵਾਲਾ ਐਂਗਲ ਤੇ ਇਹ ਵਾਲਾ ਐਂਗਲ, ਐਂਗਲ 1 ਜਮਾ ਐਂਗਲ 2 ਵੀ 90 ਡਿਗਰੀ ਆ, ਕਿਉਂਕਿ ਉਹ ਕਿੱਥੇ ਬਣੇ ਆ, ਉਹ ਇਸ ਪਰਪੈਂਡੀਕੂਲਰ ਤੇ ਇਸ ਲਾਈਨ ਦੇ ਵਿੱਚ ਬਣੇ ਆ। ਹੁਣ ਇਹਨਾਂ ਦੋਨਾਂ ਇਕੁਏਸ਼ਨਸ ਤੋਂ ਤੁਸੀਂ ਕੀ ਅੰਦਾਜ਼ਾ ਲਗਾ ਸਕਦੇ ਜੋ, ਤੁਸੀਂ ਕਹਿ ਸਕਦੇ ਜੋ ਕਿ ਜਿਹੜਾ ਐਂਗਲ ਥੀਟਾ ਵਾ ਉਹੀ ਐਂਗਲ ਕੀ ਆ, 2 ਬਣੇਗਾ। ਸੋ 2 ਕਿੱਥੇ ਬਣਿਆ ਸੀ, ਇਸ ਜਗ੍ਹਾ ਦੇ ਉੱਪਰ ਬਣਿਆ ਸੀ। ਤੁਸੀਂ ਆਪਣੇ ਮੈਥਮੈਟਿਕਸ ਦੇ ਜ਼ਰੀਏ ਵੀ ਇਹਨੂੰ ਕੀ ਆ, ਸੋਲਵ ਕਰ ਸਕਦੇ ਜੋ। ਮੇਰੇ ਕਹਿਣ ਦਾ ਮਤਲਬ ਆ ਕਿ ਇਹ ਐਂਗਲ ਥੀਟਾ ਵਾ ਤੇ ਇਹ ਵੀ ਐਂਗਲ ਕੀ ਆ, ਥੀਟਾ ਹੀ ਬਣੇਗਾ, ਕਿਉਂਕਿ ਇੱਥੇ 2 ਪਰਪੈਂਡੀਕੂਲਰ ਬਣਦੇ ਪਏ ਆ। ਇੱਕ ਪਰਪੈਂਡੀਕੂਲਰ ਬਣਦਾ ਪਿਆ ਵਾ ਐਕਸ ਦਾ ਤੇ ਇਹਦਾ, ਮੈਂ ਇੱਥੇ ਨਾਮ ਦੇ ਦਿੰਦਾ ਐਨ, ਤੇ ਦੂਜਾ ਕਿਹਦਾ ਬਣਦਾ ਪਿਆ ਵਾ, ਇਸ ਆਰ ਵੈਕਟਰ ਤੇ ਡੀਬੀ ਵੈਕਟਰ ਦੇ ਵਿੱਚ, ਤੇ ਇਹ ਐਂਗਲ ਥੀਟਾ ਬਣੇਗਾ। ਹੁਣ ਦੇਖੋ ਫਿਰ ਅਸੀਂ ਇਸ ਵੈਕਟਰ ਦੇ ਕੀ ਆ, ਕੰਪੋਨੈਂਟ ਬਣਾਉਂਦੇ ਆ।
ਸਾਡਾ ਇਹ ਜਿਹੜਾ ਡੀਬੀ ਵੈਕਟਰ ਵਾ ਨਾ ਅਸੀਂ ਇਹਦੇ ਕੰਪੋਨੈਂਟ ਬਣਾ ਲੈਂਦੇ ਆ ਤੇ ਜੇਕਰ ਅਸੀਂ ਇਸ ਵੈਕਟਰ ਦੇ ਕੰਪੋਨੈਂਟ ਬਣਾਵਾਂਗੇ ਤੇ ਸਾਡੇ ਕੋਲੋਂ ਇਸ ਵੈਕਟਰ ਦੇ ਕੰਪੋਨੈਂਟ ਕਿੱਧਰ ਨੂੰ ਬਣਨੇ ਆ। ਸਾਨੂੰ ਪਤਾ ਵਾ ਕਿ ਇਹਦਾ ਇੱਕ ਕੰਪੋਨੈਂਟ ਇੱਧਰ ਨੂੰ ਬਣਨਾ ਵਾ, ਉਹ ਕਿਹੜਾ ਬਣਨਾ ਵਾ ਡੀਬੀ ਸਾਈਨ ਥੀਟਾ। ਇਹਦੇ ਕਰਕੇ ਤੇ ਇੱਧਰ ਨੂੰ ਕਿਹੜਾ ਬਣਨਾ ਵਾ ਡੀਬੀ ਕੋਸ ਥੀਟਾ। ਇਸੇ ਤਰੀਕੇ ਨਾਲ ਹੀ ਨੀਚੇ ਵੀ ਹੋਣਾ ਵਾ। ਨੀਚੇ इस वैक्टर का एक कंपोनेंट इधर बनना वा, ये भी थीटा बनना वा तो ये भी थीटा बनना वा। जिहड़ा इधर नू कंपोनेंट बनया वो डी बी कॉस थीटा तो जिहड़ा इधर नू बनया वो की आ डी बी साइन थीटा। हुण देखो इत्थे ते मैं की आ सिर्फ दो एलीमेंट मन्ने ते दोनों के डिफरेंशियल फील्ड जिहड़े मैगनैटिक फील्ड लए आ ते दोनों नू मैं रिजोल्व किया। मैं दोनों नू जदों रिजोल्व किया तो मैं देखा वा कि दोनों का जिहड़ा एक एक कंपोनेंट वा वो इस डायरैक्शन च जा रहा वा ते दोनों का एक एक कंपोनेंट की आ आपस दे विच कैंसल आउट हो रहा वा। पर इत्थे दो करंट एलीमेंट नहीं आ, इत्थे करंट एलीमेंट की आ बहुत सारे आ। इस तरीके नाल असीं की आ बहुत सारे करंट एलीमेंट बना सकते हैं। जिवें मैं पहलां ही कहा वा कि इत्थे जिहड़ा मैगनैटिक फील्ड वा वो किस तरीके दा वा, जिहड़े डीबी आ वो इस तरीके दा आ। आपां वो सारे ही रिजोल्व करने आ। मतलब इधर वाला करंट एलीमेंट जिहड़ा वा उहदा मैगनैटिक फील्ड किधर नूं बनना वा, उहदा मैगनैटिक फील्ड इधर नूं बनना। जिहड़ा अंदर वा उहदा अंदरले पासे बनना। आपां ये सारे ही रिजोल्व करने आ ते जेकर असी ये सारे ही रिजोल्व करिए ना तो सारियां दा जिहड़ा एक एक कंपोनेंट आ ना, मतलब उपर वालियां दा एक एक कंपोनेंट डी बी कॉस थीटा की डायरैक्शन च जाना तो एक कंपोनेंट डी बी साइन थीटा की डायरैक्शन च जाना। इस तरीके नाल जिहड़ा लोअर पोर्शन आ उहदा एक एक कंपोनेंट डी बी कॉस थीटा च जाना तो एक कंपोनेंट जिहड़ा डी बी साइन थीटा च जाना। तो इस केस दे विच की होना वा कि डी बी साइन थीटा उपर वाल कॉस थीटा तो डी बी कॉस थीटा नीचे, ये की आ सेम स्ट्रेंथ के दो वैक्टर आ, इन्हां ने आपस दे विच की हो जाना वा कैंसल आउट हो जाना वा। ते इस करंट एलीमेंट दे जिहड़े डिफरेंशियल मैगनैटिक फील्ड वा उन्हां दा एक एक कंपोनेंट जिहड़ा वा वो इस डायरैक्शन दे विच बनिया रहना वा, इस डायरैक्शन च सारियां दा ही। वो किहड़ा होना वा, वो होना वा डी बी साइन थीटा। इहदा मतलब इस पी पॉइंट दे उपर जिहड़ा सानू मैगनैटिक फील्ड मिलना वा वो किहदे करके मिलना वा, वो सिर्फ सानू हॉरिजोंटल कंपोनेंट दे करके मिलना वा। क्योंकि डी बी दे दो कंपोनेंट बने, एक उपर नू एक इधर नू, ते जिहड़ा उपर नू बनिया ना वो कैंसल आउट हो रहा किसी नीचे वाले नाल, पर इधर वाला किसी नाल कैंसल नहीं हो रहा। इन्हां सारे करंट एलीमेंट दे करके इस कड़े दे उपर जिन्ने भी करंट एलीमेंट आ ना इत्थों तक सारिਆਂ ने जो मैगनैटिक फील्ड बनाना वा ना उन्हां दा एक एक कंपोनेंट जिहड़ा वा वो डी बी कॉस थीटा ते डी बी साइन थीटा की डायरैक्शन च जाना वा। ते जिहड़ा इहदा अपर पोर्शन आ उन्हें उपर नू डी बी कॉस थीटा बनाउणा ते लोअर पोर्शन ने डी बी कॉस थीटा नीचे नू बनाउणा। हुण इहदे विच की होया कि उपर वाले डी बी कॉस थीटा ते नीचे वाले डी बी कॉस थीटा ने की हो जाना वा कैंसल हो जाना वा। ते सानू जिहड़ा नैट मैगनैटिक फील्ड नज़र आउणा ना वो सिर्फ डी बी साइन थीटा दे करके आउणा, इधर नू आउणा। जे मैं इस जगह ते कहां कि टोटल मैगनैटिक फील्ड ड्यू टू होल लूप, वो की आउणा वा सारे ही डी बी जिहड़े आ उन्हां नू जोड़ दो, सारे डी बी साइन थीटा नू जोड़ दो। मतलब इन्हां सारे करंट एलीमेंट दा जिहड़ा एक कंपोनेंट आ वो डी बी साइन थीटा दे विच जाना वा ते वो जोड़ दो। जिवें आपां कहा सी इहदा एक गया डी बी साइन थीटा इधर नू, इहदा भी गया एक डी बी साइन थीटा इधर नू, दो डी बी साइन थीटा हो गए। पर हुण साडे कोल करंट एलीमेंट बहुत आ लूप दे उत्ते, इहदा मतलब असीं सारे डी बी साइन थीटा दा सम कर दिंदे आ। तो जो असी सारे डी बी साइन थीटा का सम करांगे तो असी की आ असी मैगनैटिक फील्ड पता कर लांगे कि पी पॉइंट के उपर मैगनैटिक फील्ड जिहड़ा वा वो कितनी स्ट्रेंथ का वा जां किस डायरैक्शन दे विच वा। ते आपां की करदे आ, आपां एक नंबर तो डी बी की वैल्यू भर लैंदे आ। जेकर असी एक नंबर तो डी बी की वैल्यू भरांगे तो साडे कोलों जिहड़ा बी कितना आएगा, बी इज इक्वल टू म्यू नॉट 4 पाई आई डी एल आर स्केयर साइन थीटा।
ਅਸੀਂ ਸਾਈਨ ਨੂੰ ਕੀ ਆ ਇੰਟੀਗ੍ਰੇਟ ਦੇ ਵਿੱਚ ਬਦਲਦੇ ਆ, ਇੰਟੀਗ੍ਰੇਟ 'ਚ ਬਦਲਾਂਗੇ ਤਾਂ ਸਾਡੇ ਕੋਲੋਂ ਕੀ ਆਏਗਾ, ਅਸੀਂ ਪਹਿਲਾਂ ਕੌਂਸਟੈਂਟ ਬਾਹਰ ਕੱਢ ਲੈਂਦੇ ਆ, ਮਿਊ ਨੋਟ 4 ਪਾਈ ਆਈ ਆਰ ਸਕੇਅਰ ਸਾਈਨ ਥੀਟਾ ਕੌਂਸਟੈਂਟ ਹੋ ਗਿਆ ਹੁਣ, ਤੇ ਅੰਦਰ ਰਹਿ ਗਿਆ ਡੀਐਲ। ਇਹ ਜਿਹੜਾ ਡੀਐਲ ਆ, ਇਸ ਡੀਐਲ ਦੀ ਇੰਟੀਗ੍ਰੇਸ਼ਨ ਕੀ ਆਉਣੀ ਆ, ਇਹਦਾ ਪੂਰਾ ਸਰਕਮਫਰੈਂਸ 2 ਪਾਈ ਆਰ। ਅਸੀਂ ਇਸ ਡੀਐਲ ਦੀ ਜਗ੍ਹਾ ਤੇ ਕੀ ਲਿਖ ਲੈਂਦੇ ਆ, 2 ਪਾਈ ਆਰ ਮਿਊ ਨੋਟ ਆਈ 4 ਪਾਈ ਆਰ ਸਕੇਅਰ ਸਾਈਨ ਥੀਟਾ 2 ਪਾਈ ਆਰ। ਹੁਣ ਆਪਾਂ ਕੀ ਕਰਦੇ ਆ, ਆਪਾਂ ਇਹਦੇ ਵਿੱਚੋਂ ਸਾਈਨ ਥੀਟਾ ਤੇ ਆਰ ਦੀਆਂ ਨਵੀਆਂ ਵੈਲਿਊਜ਼ ਬਣਾਉਂਦੇ ਆ, ਕਿਉਂਕਿ ਸਾਈਨ ਥੀਟਾ ਜਿਹੜਾ ਵਾ ਇਹ ਐਂਗਲ ਬਣਦਾ ਵਾ ਇਸ ਜਗ੍ਹਾ ਦੇ ਉੱਪਰ। ਤੇ ਅਸੀਂ ਕੀ ਕਰਦੇ ਆ, ਅਸੀਂ ਵੱਧ ਤੋਂ ਵੱਧ ਸੌਖੇ ਪੈਰਾਮੀਟਰ ਲਿਆਉਂਦੇ ਆ ਤਾਂ ਜੋ ਕੀ ਆ ਸਾਡੀ ਇਕੁਏਸ਼ਨ ਜਿਹੜੀ ਆ ਇੱਕ ਸਟੈਂਡਰਡ ਫਾਰਮੈਟ ਦੇ ਵਿੱਚ ਰਵੇ। ਤੇ ਆਪਾਂ ਸਾਈਨ ਥੀਟਾ ਕਿਹੜੀ ਇਕੁਏਸ਼ਨ ਚੋਂ ਕੱਢ ਸਕਦੇ ਆ, ਆਪਾਂ ਕੱਢ ਸਕਦੇ ਆ, ਦੇਖੋ ਇਸ ਟਰਾਈਐਂਗਲ ਚੋਂ ਕੱਢ ਸਕਦੇ ਆ, ਇਸ ਟਰਾਈਐਂਗਲ ਚੋਂ, ਇਹ ਵਾਲੀ ਜਿਹੜੀ ਟਰਾਈਐਂਗਲ ਆ, ਇਸ ਟਰਾਈਐਂਗਲ ਦੇ ਵਿੱਚ ਸਾਈਨ ਥੀਟਾ ਦੀ ਵੈਲਿਊ ਕੀ ਆਏਗੀ, ਅਸੀਂ ਦੇਖ ਲੈਂਦੇ ਆ ਕਿ ਇਸ ਟਰਾਈਐਂਗਲ ਦੇ ਵਿੱਚ ਸਾਈਨ ਥੀਟਾ ਆਏਗਾ r अपॉन r, ਤੇ r ਆਏਗਾ r ਸਕੇਅਰ ਜਮਾ x ਸਕੇਅਰ ਦਾ ਅੰਡਰ ਰੂਟ। ਆਪਾਂ ਇਹ ਜਿਹੜੀਆਂ ਦੋਨੋਂ ਵੈਲਿਊਜ਼ ਆ ਨਾ, ਆਪਾਂ ਇਹ ਦੋਨੋਂ ਵੈਲਿਊਜ਼ ਇਸ 2 ਨੰਬਰ ਇਕੁਏਸ਼ਨ ਦੇ ਵਿੱਚ ਭਰ ਦਿੰਦੇ ਆ। ਤੇ ਜੇਕਰ ਅਸੀਂ ਇਹ ਦੋਨੋਂ ਵੈਲਿਊਜ਼ 2 ਨੰਬਰ ਇਕੁਏਸ਼ਨ ਦੇ ਵਿੱਚ ਭਰਾਂਗੇ ਤੇ ਸਾਡੇ ਕੋਲੋਂ ਇਹ ਵਾਲੀ ਇਕੁਏਸ਼ਨ ਕਿਸ ਰੂਪ ਦੇ ਵਿੱਚ ਆਏਗੀ, ਅਸੀਂ ਉਹਨੂੰ ਸੋਲਵ ਕਰ ਲੈਂਦੇ ਆ। ਸਾਡੇ ਕੋਲੋਂ ਬਣੇਗੀ b is equal to mu naught I 4 pi r square, r ਦੀ ਵੈਲਿਊ ਲਿਖਣੀ ਹੈ ਇੱਥੇ, r square ਜਮਾ x square ਅੰਡਰ ਰੂਟ ਆ ਖਤਮ ਹੋ ਜਾਏਗਾ, ਸਾਈਨ ਥੀਟਾ, ਸਾਈਨ ਥੀਟਾ ਦੀ ਜਗ੍ਹਾ ਤੇ ਆਪਾਂ ਕੀ ਲਿਖਣਾ, r ਬਟਾ r, ਮਤਲਬ r ਤੇ ਲਿਖ ਲੈਂਦੇ ਆ। ਤੇ ਇਸ r ਦੀ ਜਗ੍ਹਾ ਤੇ ਆਪਾਂ ਕੀ ਆ, ਇਹ ਪਾਵਰ ਕਿੰਨੀ ਆ 1/2, ਆਪਾਂ ਇਹਨੂੰ ਪਾਵਰ ਕਰ ਦਿੰਦੇ ਆ 3/2। ਪਹਿਲਾਂ ਕਿੰਨੀ ਸੀ 1, ਤੇ 1 r ਦੀ ਵੈਲਿਊ ਇੱਥੋਂ ਆ ਗਈ ਸਾਈਨ ਥੀਟਾ ਦੀ, ਜਦੋਂ ਵੈਲਿਊ ਭਰੀ ਸਾਡੇ ਕੋਲੋਂ ਇਹ ਵਾਲੀ ਚੀਜ਼ ਆ ਗਈ। ਤੇ ਨਾਲ ਕੀ ਆ ਰਿਹਾ ਸਾਡੇ ਕੋਲੋਂ, ਸਾਈਨ ਥੀਟਾ ਦੀ ਵੈਲਿਊ ਭਰ ਲਈ 2 ਪਾਈ r। ਜੇਕਰ ਅਸੀਂ ਕੈਂਸਲ ਆਊਟ ਵੀ ਕਰੀਏ ਤਾਂ ਸਾਡੇ ਕੋਲੋਂ ਕੀ ਬਣਦਾ ਪਿਆ ਵਾ, b ਇਜ਼ ਇਕੁਅਲ ਟੂ ਮਿਊ ਨੋਟ ਆਈ, ਤੇ 2 ਮੈਂ ਇੱਥੇ ਲਗਾ ਲੈਣਾ, ਪਾਈ ਆਰ ਸਕੇਅਰ 4 ਪਾਈ ਆਰ ਸਕੇਅਰ ਜਮਾ ਐਕਸ ਸਕੇਅਰ 3/2। ਹੁਣ ਦੇਖੋ ਸਾਨੂੰ ਵੀ ਪਤਾ ਵਾ ਕਿ ਪਾਈ ਆਰ ਸਕੇਅਰ ਕੀ ਹੁੰਦਾ, ਪਾਈ ਆਰ ਸਕੇਅਰ ਹੁੰਦਾ ਏਰੀਆ ਆਫ ਦਾ ਲੂਪ। ਅਸੀਂ ਇੱਥੇ ਇਦਾਂ ਵੀ ਲਿਖ ਸਕਦੇ ਹਾਂ, ਮਿਊ ਨੋਟ ਆਈ 4 ਪਾਈ आर स्केयर जमा एक्स स्केयर, इत्थे 2 लगा दिंदे आ 2, ते ए की आ रहा वा, ए आ रहा वा एरिया, ए की आ इनू मैंशन कर लेना, ए की आ एरिया ऑफ द लूप। हुण देखो ये साडे कोलों मैगनैटिक फील्ड आया वा एक टर्न दे करके, चाहे तुसी पाई आर स्केयर लिखिया रहन दो ते चाहे पाई आर स्केयर की जगह ते ए लिख लो। ये साडे कोलों मैगनैटिक फील्ड आया वा एक सर्कुलर लूप दे करके पी पॉइंट दे उपर। डायरैक्शन तो असी पहला ही देख ली कि डायरैक्शन किधर नूं होनी आ, इस डायरैक्शन दे विच होना वा ये जिहड़ा नैट मैगनैटिक फील्ड आ। साडे कोलों मैगनैटिक फील्ड आया B इज इक्वल टू म्यू नॉट आई 4 पाई आर स्केयर जमा एक्स स्केयर 3/2 2 पाई आर स्केयर, चाहे तुसी इदां लिख लो 2 म्यू नॉट आई ए 4 पाई आर स्केयर जमा एक्स स्केयर 3/2। हुण देखो जिहड़ा असी रिजल्ट लैके आए हैं ना, वो रिजल्ट जिहड़ा वा बिल्कुल स्टैंडर्ड पैरामीटर जा। स्टैंडर्ड पैरामीटर किहड़ा वा, आर रेडियस ऑफ द सर्कुलर लूप सानू पता होएगा, तो जिहड़ा पॉइंट ऑफ ऑब्जरवेशन आ वो सेंटर तो दूरी उहदी की आ सानू पता होनी चाहिए आ एक्स। इस करके की आ असी सारा रिजल्ट जिहड़ा वा वो स्टैंडर्ड पैरामीटर दे विच लै आंदा। हुण मान लो आपां इस तरह कहिए कि ये जिहड़ा पी पॉइंट है वेरी क्लोज टू ओ वा, मतलब
ਪਹਿਲਾਂ ਇਹਦਾ ਲਿਖ ਲੈਂਦੇ ਆ ਕਿ ਦਿਸ ਇਜ਼ ਮੈਗਨੈਟਿਕ ਫੀਲਡ ਡਿਊ ਟੂ ਕਰੰਟ ਕੈਰਿੰਗ ਸਰਕੂਲਰ ਲੂਪ ਔਨ ਇਟਸ ਐਕਸਿਸ। ਇਹ ਅਸੀਂ ਪਤਾ ਕੀਤਾ। ਹੁਣ ਆਪਾਂ ਕਹਿੰਦੇ ਆ ਕਿ ਇਫ ਪੁਆਇੰਟ P is on O, मतलब P ਜਿਹੜਾ ਪੁਆਇੰਟ ਆ ਉਹ ਕਿੱਥੇ ਆ, O ਦੇ ਉੱਪਰ ਆ। ਜੇਕਰ ਇਦਾਂ ਹੋਏਗਾ ਤਾਂ x 0 ਹੋ ਜਾਏਗਾ। ਉੱਪਰਲੀ ਇਕੁਏਸ਼ਨ ਦੇ ਵਿੱਚ ਆਪਾਂ ਕਿਸੇ ਇੱਕ 'ਚ ਭਰ ਲੈਂਦੇ ਆ ਕਿ ਫਿਰ x ਕੀ ਹੋ ਜਾਏਗਾ, ਸੈਂਟਰ ਦੇ ਉੱਪਰ ਉਹ ਗੱਲ ਹੋ ਰਹੀ। ਹੁਣ ਮੈਗਨੈਟਿਕ ਫੀਲਡ ਸੈਂਟਰ ਤੇ ਪਤਾ ਕਰ ਰਹੇ ਆ, ਕਿਉਂਕਿ ਆਪਾਂ ਕੀ ਮੰਨਿਆ ਵਾ ਕਿ x ਕਿੰਨਾ ਵਾ 0। ਤੇ ਜੇ x 0 ਆ ਤੇ ਸਾਡੇ ਕੋਲੋਂ ਇਕੁਏਸ਼ਨ ਕੀ ਬਣੀ ਆ, ਮਿਊ ਨੋਟ I 4 ਪਾਈ 2 ਪਾਈ r ਸਕੁਅਰ ਤੇ ਨੀਚੇ r ਦੀ ਪਾਵਰ 3। ਜੇਕਰ r ਦੀ 3 ਪਾਵਰ ਸੋਲਵ ਕਰਾਂਗੇ ਤਾਂ ਸਾਡੇ ਕੋਲੋਂ ਇਹ ਰਿਜ਼ਲਟ ਕਿੰਨਾ ਆਣਾ ਵਾ, b ਮਿਊ ਨੋਟ I 2 ਪਾਈ 4 ਪਾਈ r। ਸਾਡੇ ਕੋਲੋਂ ਇਹ ਰਿਜ਼ਲਟ ਆਏਗਾ ਸੈਂਟਰ ਦੇ ਉੱਪਰ। ਜੇਕਰ ਆਪਾਂ ਇਹਨੂੰ ਕੈਂਸਲ ਵੀ ਕਰਾਂਗੇ 2 ਪਾਈ ਨਾ ਪਾਈ ਕੱਟਿਆ ਜਾਏਗਾ ਤੇ ਸੈਂਟਰ ਦੇ ਉੱਪਰ ਮੈਗਨੈਟਿਕ ਫੀਲਡ ਕਿੰਨਾ ਆਇਆ, ਮਿਊ ਨੋਟ I ਅਪੋਨ 2r। ਅਸੀਂ ਪਹਿਲਾਂ ਵੀ ਕੀ ਆ, ਇਹ ਰਿਜ਼ਲਟ ਕੱਢ ਚੁੱਕੇ ਆ। ਅਸੀਂ ਸਰਕੂਲਰ ਲੂਪ ਦੇ ਸੈਂਟਰ ਦੇ ਉੱਤੇ ਮੈਗਨੈਟਿਕ ਫੀਲਡ ਪਤਾ ਕਰ ਚੁੱਕੇ ਆ। ਉਹਦੇ ਵਿੱਚ ਵੀ ਕੀ ਰਿਜ਼ਲਟ ਆਇਆ ਸੀ, ਮਿਊ ਨੋਟ I ਅਪੋਨ 2r। ਆਪਾਂ ਉੱਥੇ ਕੀ ਸੀ, ਛੋਟਾ r ਰੇਡੀਅਸ ਮੰਨਿਆ ਸੀ, ਇੱਥੇ ਆਪਾਂ ਵੱਡਾ r ਰੇਡੀਅਸ ਮੰਨਿਆ ਵਾ। ਪਰ ਰਿਜ਼ਲਟ ਕੀ ਆ, ਸੈਂਟਰ ਦੇ ਉੱਪਰ ਰਿਜ਼ਲਟ ਸੇਮ ਆਇਆ ਵਾ ਜਿਹੜਾ ਪਹਿਲਾਂ ਕੀਤਾ ਸੀ। ਇਹਦਾ ਮਤਲਬ ਜਿਹੜਾ ਹੁਣ ਆਪਾਂ ਐਕਸਿਸ ਦੇ ਉੱਪਰ ਰਿਜ਼ਲਟ ਕੱਢਿਆ ਵਾ ਨਾ, ਉਹ ਸੈਂਟਰ ਵਾਲੇ ਰਿਜ਼ਲਟ ਨੂੰ ਕੀ ਆ, ਵੈਰੀਫਾਈ ਕਰਦਾ ਵਾ। ਜਿਹੜਾ ਅਸੀਂ ਪਹਿਲਾਂ ਰਿਜ਼ਲਟ ਕੈਲਕੂਲੇਟ ਕੀਤਾ ਵਾ ਸੈਂਟਰ ਵਾਸਤੇ, ਉਹਨੂੰ ਕੀ ਕਰਦਾ ਵਾ, ਵੈਰੀਫਾਈ ਕਰਦਾ ਵਾ। ਤੇ ਆਪਾਂ ਕੀ ਆ, ਇੱਕ ਕੇਸ ਹੋਰ ਲੈ ਲੈਂਦੇ ਆ। ਉਹ ਕੇਸ ਕਿਹੜਾ ਲੈਂਦੇ ਆ, ਆਪਾਂ ਲੈ ਲੈਂਦੇ ਆ ਕਿ ਜੇ ਇਹ ਜਿਹੜਾ x ਪੁਆਇੰਟ ਆ ਨਾ, ਇਹ r ਦੇ ਨਾਲੋਂ ਬਹੁਤ ਜ਼ਿਆਦਾ ਵੱਡਾ, x ਪੁਆਇੰਟ r ਦੇ ਨਾਲੋਂ ਬਹੁਤ ਜ਼ਿਆਦਾ ਵੱਡਾ। ਕਹਿਣ ਦਾ ਮਤਲਬ ਆ ਕਿ ਆ ਜਿਹੜਾ p ਪੁਆਇੰਟ ਆਬਜ਼ਰਵੇਸ਼ਨ ਹੈ ਨਾ, ਇਹ ਕਿਤੇ ਬਹੁਤ ਜ਼ਿਆਦਾ ਦੂਰ ਵਾ। ਤੇ ਜੇ ਬਹੁਤ ਜ਼ਿਆਦਾ ਦੂਰ ਆ ਤੇ ਆਪਾਂ ਇਸ ਇਕੁਏਸ਼ਨ ਦੇ ਵਿੱਚੋਂ ਕੀ ਕਰ ਦਾਂਗੇ, ਇਸ ਇਕੁਏਸ਼ਨ ਦੇ ਵਿੱਚੋਂ ਆਪਾਂ r ਨੂੰ ਐਲੀਮੀਨੇਟ ਕਰ ਦਾਂਗੇ। ਤੇ r ਨੂੰ ਐਲੀਮੀਨੇਟ ਕਰਾਂਗੇ ਤਾਂ ਸਾਡੇ ਕੋਲੋਂ ਕੀ ਬਣੇਗਾ, ਮਿਊ ਨੋਟ I 4 ਪਾਈ 2 ਪਾਈ, ਉੱਪਰ ਵਾਲਾ r ਐਲੀਮੀਨੇਟ ਨਹੀਂ ਹੋਏਗਾ, ਸਿਰਫ ਐਲੀਮੀਨੇਟ ਕਿੱਥੋਂ ਹੋਏਗਾ, ਸਮ ਵਾਲੇ ਸਾਈਨ ਦੇ ਵਿੱਚ, ਜਿੱਥੇ ਅਸੀਂ ਪਲੱਸ ਕਰ ਰਹੇ ਹਾਂ। ਜਦੋਂ ਅਸੀਂ ਕੋਈ ਵੀ ਅਪਰੋਕਸੀਮੇਸ਼ਨ ਕਰਦੇ ਆ ਨਾ, ਉਹ ਸਿਰਫ ਅਸੀਂ ਐਡੀਸ਼ਨ ਤੇ ਲਾਉਂਦੇ ਆ। ਮਾਈਨਸ ਦੇ ਉੱਪਰ ਵੀ ਅਸੀਂ ਕੋਈ ਅਪਰੋਕਸੀਮੇਸ਼ਨ ਨਹੀਂ ਲਾਉਂਦੇ, ਅਸੀਂ ਸਿਰਫ ਐਡੀਸ਼ਨ ਦੇ ਉੱਪਰ ਜਿਹੜਾ ਵਾ ਲਗਾਵਾਂਗੇ। ਸੋ r ਇੱਥੋਂ ਕੀ ਆ, ਅਸੀਂ ਐਲੀਮੀਨੇਟ ਕਰ ਦਾਂਗੇ ਤਾਂ ਸਾਡੇ ਕੋਲ ਰਿਜ਼ਲਟ ਕੀ ਬਣੇਗਾ, x ਦੀ ਪਾਵਰ 3। x ਦੀ ਪਾਵਰ 3 ਆਇਆ ਸਾਡੇ ਕੋਲ ਰਿਜ਼ਲਟ। ਇਹ ਕਿਹਦੇ ਵਾਸਤੇ ਆ, ਮੈਂ ਫੇਰ ਕਹਿ ਰਿਹਾ, ਅਜੇ ਅਸੀਂ ਜਿਹੜੇ ਸਾਰੇ ਕੇਸ ਕਰ ਰਹੇ ਹਾਂ ਨਾ, ਸਿਰਫ ਸਿੰਗਲ ਟਰਮ ਦੇ ਕਰ ਰਹੇ ਹਾਂ। ਤੇ ਜੇ ਮੈਂ ਕਹਾਂ ਕਿ ਇਫ ਲੂਪ ਹੈਵ n ਟਰਨਸ, ਜੇ ਇਸ ਲੂਪ ਦੇ ਵਿੱਚ n ਟਰਨਸ ਆ, ਮਤਲਬ ਇਹਦੇ ਅੱਗੇ ਇੱਕ ਲੂਪ ਹੋਰ ਆ, ਇੱਕ ਲੂਪ ਹੋਰ ਆ, ਇੱਕ ਲੂਪ ਹੋਰ ਆ, n ਟਰਨਸ ਆ। ਤੇ ਜੇ n ਟਰਨਸ ਆ ਤੇ ਫਿਰ ਮੈਗਨੈਟਿਕ ਫੀਲਡ ਕਿੰਨਾ ਹੋਏਗਾ, b। ਫਿਰ ਆਪਾਂ ਲਿਖਾਂਗੇ ਮਿਊ ਨੋਟ I 4 ਪਾਈ, ਇਸ ਇੱਥੇ n ਪਾ ਦਾਂਗੇ, n ਨਾਲ ਮਲਟੀਪਲਾਈ ਕਰਨਾ, n ਪਾ ਦਾਂਗੇ, ਇਹਨੂੰ b ਡੈਸ਼ ਲਿਖ ਦਿੰਦਾ ਮੈਂ, n 2 ਪਾਈ r ਸਕੁਅਰ x ਕਿਊਬ। ਜੇਕਰ ਨੰਬਰ ਆਫ ਟਰਮਸ n ਹੋਣਗੀਆਂ ਨਾ, ਤੇ ਤੁਸੀਂ ਇੱਥੇ ਵੀ n ਪਾ ਸਕਦੇ ਜੋ, ਜਿੱਥੇ ਆਪਾਂ ਕੋਈ ਸਪੈਸ਼ਲ ਕੇਸ ਨਹੀਂ ਬਣਾਇਆ। ਇੱਥੇ ਵੀ ਆਪਾਂ ਲਿਖ ਸਕਦੇ ਹਾਂ ਕਿ ਜੇਕਰ ਨੰਬਰ ਆਫ ਟਰਨਸ ਜ਼ਿਆਦਾ ਵਾ ਤੇ ਆਪਾਂ ਕੀ ਆ, ਜਿੰਨੀਆਂ ਜ਼ਿਆਦਾ ਵਾ ਉਹਦੇ ਨਾਲ ਇਹਨੂੰ ਕੀ ਆ, ਮਲਟੀਪਲਾਈ ਕਰ ਦਾਂਗੇ। ਤੁਸੀਂ ਕਿਸੇ ਵੀ ਸਟੇਜ ਤੇ ਇਹ ਮੰਨ ਸਕਦੇ ਜੋ ਕਿ ਇਫ ਦਾ ਨੰਬਰ ਆਫ ਟਰਨਸ ਆਰ n, ਜਿਵੇਂ ਆਪਾਂ ਇੱਥੇ ਮੰਨ ਲਿਆ ਕੇਸ ਦੇ ਵਿੱਚ, ਮੈਂ ਇਹਨੂੰ ਵੀ ਕੇਸ ਹੀ ਕਹਿ ਦਿੰਦਾ ਕਿ ਕੇਸ 3 ਆ। ਸਾਡੇ ਕੋਲੋਂ ਇਹ ਰਿਜ਼ਲਟ ਆਇਆ। ਹੁਣ ਇਸ ਰਿਜ਼ਲਟ ਦੇ ਵਿੱਚ ਵੇਖੋ, ਇਸ ਰਿਜ਼ਲਟ ਦੇ ਵਿੱਚ ਜਿਹੜਾ ਵਾ ਪਾਈ ਆਰ ਸਕੁਅਰ ਨੂੰ ਮੈਂ ਕੀ ਕਰਦਾ ਵਾਂ, a ਲਿਖ ਦਿੰਦਾ ਵਾਂ। ਪਾਈ ਆਰ ਸਕੁਅਰ ਮਤਲਬ ਏਰੀਆ। ਤੇ ਇਹਦੇ ਵਿੱਚ ਜਿਹੜਾ ਸਾਡੇ ਕੋਲੋਂ ਆ ਰਿਹਾ ਨਾ n i ਤੇ a, ਇਹਨੂੰ ਆਪਾਂ ਥੋੜਾ ਜਿਹਾ ਸਿੰਪਲੀਫਾਈ ਕਰ ਲੈਂਦੇ ਆ ਪਹਿਲਾਂ। ਜੇ ਸਿੰਪਲੀਫਾਈ ਕਰਾਂਗੇ ਤੇ ਇਹ ਬਣੇਗਾ ਮਿਊ ਨੋਟ 4 ਪਾਈ,
थोड़ा जिहा ऑर्डर सही कर लैंदे आ, 2 इत्थे लगा लैंदे आ ते NIA ਨੂੰ ਇਕੱਠਾ ਕਰ ਦਿੰਦੇ ਆ, NIA अपॉन एक्स क्यूब। ਤੇ ਇਹ ਜਿਹੜਾ NIA ਆ ਨਾ, ਇਹਨੂੰ ਕੀ ਬੋਲਦੇ ਆ? ਇਹਨੂੰ ਬੋਲਦੇ ਆ ਮੈਗਨੈਟਿਕ ਡਾਈਪੋਲ ਮੂਵਮੈਂਟ। ਮੈਗਨੈਟਿਕ ਡਾਈਪੋਲ ਮੂਵਮੈਂਟ। ਇਹਨੂੰ ਕੁਝ ਬੁੱਕਸ M ਦੇ ਨਾਲ ਲਿਖ ਦਿੰਦੀਆਂ ਤੇ ਕੁਝ ਬੁੱਕਸ ਇਹਨੂੰ ਮਿਊ ਨਾਲ ਲਿਖ ਦਿੰਦੀਆਂ ਮੈਗਨੈਟਿਕ ਡਾਈਪੋਲ ਮੂਵਮੈਂਟ ਨੂੰ। ਜੇਕਰ ਤੁਹਾਨੂੰ ਯਾਦ ਹੋਵੇ ਤਾਂ ਅਸੀਂ ਇੱਕ ਕੇਸ ਕੀਤਾ ਸੀ ਇਲੈਕਟ੍ਰਿਕ ਡਾਈਪੋਲ ਮੂਵਮੈਂਟ ਦਾ। ਕਿੱਥੇ ਕੀਤਾ ਸੀ? ਇਸੇ ਤਰੀਕੇ ਨਾਲ ਅਸੀਂ ਮੰਨਿਆ ਸੀ ਕਿ ਜਦੋਂ ਇੱਕ ਸਾਡੇ ਕੋਲੋਂ ਡਾਈਪੋਲ ਆ ਤੇ ਡਾਈਪੋਲ ਦੀ ਐਕਸਿਸ ਦੇ ਉੱਪਰ ਅਸੀਂ ਇਲੈਕਟ੍ਰਿਕ ਫੀਲਡ ਪਤਾ ਕੀਤਾ ਸੀ। ਤੇ ਜਦੋਂ ਤੁਸੀਂ ਡਾਈਪੋਲ ਦੀ ਐਕਸਿਸ ਦੇ ਉੱਪਰ ਇਲੈਕਟ੍ਰਿਕ ਫੀਲਡ ਪਤਾ ਕੀਤਾ ਸੀ ਤੇ ਇੱਕ ਕੇਸ ਬਣਾਇਆ ਸੀ ਕਿ ਜਦੋਂ ਮੰਨ ਲਓ ਇਹ ਵਾਲੀ ਜਿਹੜੀ ਡਿਸਟੈਂਸ ਆ ਉਹ ਡਾਈਪੋਲ ਦੀ ਲੈਂਥ ਦੇ ਨਾਲੋਂ ਕੀ ਆ, ਬਹੁਤ ਜ਼ਿਆਦਾ ਵਾ। ਤੇ ਉਸ ਸਮੇਂ ਸਾਡੇ ਕੋਲੋਂ ਉਹ ਜਿਹੜਾ ਕੇਸ ਦਾ ਰਿਜ਼ਲਟ ਕੀ ਆਇਆ ਸੀ, ਉਸ ਕੇਸ ਦਾ ਸਾਡੇ ਕੋਲੋਂ ਰਿਜ਼ਲਟ ਆਇਆ ਸੀ, ਅਸੀਂ ਇੱਥੇ ਲਿਖਦੇ ਹਾਂ for electric dipole when 2L is very less than, ਉੱਥੇ ਕੀ ਲਿਖਿਆ ਸੀ? ਜੇ x ਲਿਖਿਆ ਸੀ ਤੇ x ਤੇ ਜੇ R ਲਿਖਿਆ ਸੀ ਤੇ R। ਸਾਡੇ ਕੋਲੋਂ ਇਲੈਕਟ੍ਰਿਕ ਫੀਲਡ ਆਇਆ ਸੀ 1/4 ਪਾਈ ਐਪਸਾਈਲਨ 0 2p x ਕਿਊਬ। ਹੁਣ ਦੇਖੋ ਇਹਨਾਂ ਦੋਨਾਂ ਨੂੰ ਕੰਪੇਅਰ ਕਰੋ। ਮੈਗਨੈਟਿਕ ਫੀਲਡ ਆ ਜਿਹੜੇ ਪੈਰਾਮੀਟਰ ਵਾ ਮਿਊ ਨੋਟ 4 ਪਾਈ ਇਹ ਤੇ ਮੀਡੀਅਮ ਦੇ ਆ, ਇੱਥੇ ਵੀ ਕੀ ਆ, ਇਹ ਮੀਡੀਅਮ ਦੇ ਆ। 2 ਲੱਗਾ ਹੋਇਆ ਏ, 2 ਲੱਗਾ ਹੋਇਆ ਏ। ਇੱਥੇ P ਦੀ ਜਗ੍ਹਾ ਤੇ ਆਪਾਂ ਕੀ 2QL ਲਿਖਿਆ ਸੀ, 2QL ਨੂੰ ਆਪਾਂ ਕੀ ਕਿਹਾ ਸੀ? ਇਲੈਕਟ੍ਰਿਕ ਡਾਈਪੋਲ ਮੂਵਮੈਂਟ। ਇੱਥੇ ਆਪਾਂ NIA ਨੂੰ ਕੀ ਲਿਖਿਆ ਵਾ? ਮੈਗਨੈਟਿਕ ਡਾਈਪੋਲ ਮੂਵਮੈਂਟ। ਤੇ ਨੀਚੇ x ਕਿਊਬ ਦੋਨਾਂ ਦੇ ਹੀ ਆ ਰਹੇ ਆ। ਦੇਖੋ ਇਹਦਾ ਕੰਪੈਰੀਜ਼ਨ ਜਾਂ ਇਹਦੀ ਤੁਲਨਾ ਕਰਨਾ ਜਿਹੜਾ ਵਾ ਇੱਕ ਗੱਲ ਤੋਂ ਹੋਰ ਵੀ ਬਣਦਾ ਵਾ ਕਿ ਜਦੋਂ ਇਹਦੇ ਅੱਗੇ ਆਪਾਂ ਜਿਹੜੀਆਂ ਹੋਰ ਲੂਪਸ ਲਗਾ ਦਾਂਗੇ ਨਾ, ਇਟ ਐਕਟ ਐਜ਼ ਏ ਬਾਰ ਮੈਗਨੇਟ। ਇਹ ਕੀ ਕਰੇਗੀ? ਬਾਰ ਮੈਗਨੇਟ ਦੀ ਤਰ੍ਹਾਂ ਕੰਮ ਕਰੇਗੀ। ਹੁਣ ਦੇਖੋ ਕਿਵੇਂ ਆ, ਜਿਵੇਂ ਇਲੈਕਟ੍ਰਿਕ ਫੀਲਡ ਦੇ ਵਿੱਚ ਡਾਈਪੋਲ ਹੁੰਦਾ, ਉਸੇ ਤਰੀਕੇ ਨਾਲ ਮੈਗਨੈਟਿਕ ਫੀਲਡ ਦੇ ਵਿੱਚ ਕੀ ਹੁੰਦੀ ਆ? ਬਾਰ ਮੈਗਨੇਟ ਹੁੰਦੀ ਆ। ਅਸੀਂ ਦੇਖ ਰਹੇ ਹਾਂ ਕਿ ਜੇਕਰ ਇਸ ਮੰਨ ਲਓ ਇਹ ਕੋਈ ਸਾਡੇ ਕੋਲੋਂ ਲੂਪ ਆ, ਇਸ ਲੂਪ ਦੇ ਵਿੱਚ ਕਰੰਟ ਇੱਧਰ ਨੂੰ ਫਲੋ ਕਰ ਰਿਹਾ ਉਂਗਲਾਂ ਦੀ ਡਾਇਰੈਕਸ਼ਨ 'ਚ, ਤੇ ਮੈਗਨੈਟਿਕ ਫੀਲਡ ਕਿੱਧਰ ਬਣਨਾ ਵਾ? ਸਾਹਮਣੇ ਵਾਲੇ ਪਾਸੇ ਨੂੰ। ਸਾਹਮਣੇ ਵਾਲੇ ਪਾਸੇ ਤੋਂ ਇਹਦੇ ਅੰਦਰੋਂ ਸਾਹਮਣੇ ਵਾਲੇ ਪਾਸੇ ਤੋਂ ਮੈਗਨੈਟਿਕ ਫੀਲਡ ਲਾਈਨਾਂ ਨਿਕਲਣੀਆਂ ਤੇ ਘੁੰਮ ਕੇ ਪਿੱਛੇ ਜਾਣੀਆਂ। ਇਹਦਾ ਮਤਲਬ ਆ ਜੇ ਸਾਹਮਣੇ ਵਾਲੇ ਪਾਸਿਓਂ ਮੈਗਨੈਟਿਕ ਲਾਈਨਾਂ ਬਾਹਰ ਨਿਕਲਣੀਆਂ ਵਾ ਤੇ ਇਹਦਾ ਸਾਹਮਣਾ ਪਾਸਾ ਕੀ ਬਣਨਾ ਵਾ? ਨਾਰਥ ਪੋਲ ਬਣਨਾ ਵਾ ਤੇ ਪਿਛਲਾ ਪਾਸਾ ਕੀ ਬਣਨਾ ਵਾ? ਸਾਊਥ ਪੋਲ ਬਣਨਾ ਵਾ। ਪਰ ਜੇਕਰ ਇਹਦੇ ਅੱਗੇ ਆਪਾਂ ਕੀ ਆ ਹੋਰ ਜ਼ਿਆਦਾ ਇਸ ਤਰ੍ਹਾਂ ਦੀਆਂ ਲੂਪਸ ਜੋੜ ਦਾਂਗੇ ਤੇ ਮੈਗਨੈਟਿਕ ਫੀਲਡ ਕੀ ਆ? ਪਹਿਲੀ ਲੂਪ ਚੋਂ ਲੰਘਿਆ, ਫਿਰ ਦੂਜੀ ਚੋਂ ਲੰਘਿਆ, ਤੀਜੀ ਚੋਂ ਲੰਘਿਆ, ਚੌਥੀ ਚੋਂ ਲੰਘਿਆ ਤੇ ਅਖੀਰਲੀ ਦੇ ਵਿੱਚੋਂ ਬਾਹਰ ਆਇਆ। ਅਖੀਰਲੀ ਚੋਂ ਬਾਹਰ ਆਇਆ ਤੇ ਫਿਰ ਉੱਤੋਂ ਦੀ ਘੁੰਮ ਕੇ ਪਿੱਛੋਂ ਦੀ ਅੰਦਰ ਗਿਆ। ਤੇ ਅਸੀਂ ਕੀ ਕਹਿੰਦੇ ਆ ਕਿ ਇਹਦਾ ਸਾਹਮਣਾ ਪਾਸਾ, ਜੇਕਰ ਸਾਹਮਣੇ ਪਾਸਿਓਂ ਮੈਗਨੈਟਿਕ ਲਾਈਨਸ ਬਾਹਰ ਨਿਕਲ ਰਹੀਆਂ ਵਾ ਤੇ ਸਾਹਮਣਾ ਪਾਸਾ ਨਾਰਥ ਪੋਲ ਦੀ ਤਰ੍ਹਾਂ ਬਿਹੇਵ ਕਰਦਾ ਵਾ ਤੇ ਬੈਕ ਸਾਈਡ ਇਹਦੀ ਕੀ ਆ? ਸਾਊਥ ਪੋਲ ਦੀ ਤਰ੍ਹਾਂ ਬਿਹੇਵ ਕਰਦੀ ਆ। ਤੇ ਅਸੀਂ ਕਿਹਾ ਕਿ ਇਲੈਕਟ੍ਰਿਕ ਫੀਲਡ ਦੇ ਵਿੱਚ ਜਿਹੜਾ ਡਾਈਪੋਲ ਹੁੰਦਾ ਵਾ ਨਾ ਉਹਦੇ ਕੋਲੋਂ ਪੋਜ਼ਿਟਿਵ ਚਾਰਜ ਤੇ ਨੈਗੇਟਿਵ ਚਾਰਜ ਹੁੰਦਾ, ਤੇ ਮੈਗਨੈਟਿਕ ਫੀਲਡ ਦੇ ਵਿੱਚ ਜਿਹੜਾ ਡਾਈਪੋਲ ਆ ਉਹਦੇ ਕੋਲੋਂ ਕੀ ਆ? ਉਹ ਇੱਕ ਬਾਰ ਮੈਗਨੇਟ ਆ, ਉਹਦੇ ਕੋਲੋਂ ਇੱਕ ਨਾਰਥ ਪੋਲ ਵਾ ਤੇ ਇੱਕ ਸਾਊਥ ਪੋਲ ਆ। ਤੇ ਦੋਨਾਂ ਦੇ ਰਿਜ਼ਲਟ ਜਿਹੜੇ ਆ ਜਦੋਂ ਅਸੀਂ ਮੰਨੀਏ ਕਿ ਦੋਨਾਂ ਦੇ ਰਿਜ਼ਲਟ ਅਸੀਂ ਪਹਿਲੇ ਕੇਸ ਦੇ ਵਿੱਚ ਕੀਤਾ ਕਿ ਇੱਕ ਡਾਈਪੋਲ ਜਿਹੜਾ ਵਾ -Q +Q ਤੇ ਪੁਆਇੰਟ ਕਿੱਥੇ ਲੈ ਲਓ? ਬਹੁਤ ਦੂਰ। ਮਤਲਬ ਇਹ ਜਿਹੜਾ x ਆ ਬਹੁਤ ਦੂਰ ਆ। ਅਸੀਂ ਇਹ ਵਾਲਾ ਰਿਜ਼ਲਟ ਜਿਹੜਾ ਵਾ ਇੱਥੇ ਲਿਖਿਆ। ਹੁਣ ਅਸੀਂ ਲਿਖਿਆ ਮੈਗਨੈਟਿਕ ਫੀਲਡ ਦਾ, ਮੈਗਨੈਟਿਕ ਫੀਲਡ ਦਾ ਇਹ ਵਾਲਾ ਲਿਖਿਆ ਤੇ ਅਸੀਂ ਸੋਚਿਆ ਕਿ ਇਹ ਦੋਨੋਂ ਰਿਜ਼ਲਟ ਕੀ ਆ? ਆਪੋ ਆਪਣੇ ਫੀਲਡ ਦੇ ਵਿੱਚ ਸੇਮ ਆ। ਤੇ ਇਸ NIA ਇੱਥੇ ਕੀ ਹੋਣਾ ਸੀ? ਇੱਥੇ P ਦੀ ਜਗ੍ਹਾ ਤੇ ਹੋਣਾ ਸੀ 2QL, 2 ਇੱਕ ਹੋਰ ਆਉਂਦਾ, ਇੱਥੇ ਵੀ 2 4QL ਆਉਂਦਾ ਨਾ, ਆਪਾਂ ਨੂੰ 2 × 2QL ਲਿਖ ਕੇ ਇਹਨੂੰ P ਲਿਖਦੇ ਆ। ਤੇ ਆਪਾਂ ਉਸੇ ਤਰੀਕੇ ਨਾਲ ਸੋਚਿਆ ਕਿ ਇਹ ਤਾਂ ਰਿਜ਼ਲਟ ਬਿਲਕੁਲ ਰਲਦਾ ਵਾ
ਤੇ ਜੇ ਰਲਦਾ ਵਾ ਤੇ NIA ਨੂੰ ਆਪਾਂ ਕੀ ਕਹਿੰਦੇ ਆ, ਮੈਗਨੈਟਿਕ ਡਾਈਪੋਲ ਮੂਵਮੈਂਟ ਕਹਿੰਦੇ ਆ। ਸੋ ਸਾਡੀ ਇਹ ਕੀ ਆ, ਮੈਗਨੈਟਿਕ ਡਾਈਪੋਲ ਮੂਵਮੈਂਟ ਆ, ਜਿਹਨੂੰ ਕਈ ਬੁੱਕਸ ਜਿਹੜੀਆਂ M ਨਾਲ ਰਿਪਰੈਜ਼ੈਂਟ ਕਰ ਦਿੰਦੀਆਂ ਤੇ ਕਈ ਬੁੱਕਸ ਇਹਨੂੰ ਮਿਊ ਨਾਲ ਲਿਖ ਦਿੰਦੀਆਂ। ਸੋ ਇਹ ਸਾਡਾ ਆਰਟੀਕਲ ਸੀ ਜਿਹਦੇ ਵਿੱਚ ਅਸੀਂ ਦੇਖਿਆ ਕਿ ਇੱਕ ਕਰੰਟ ਕੈਰਿੰਗ ਲੂਪ ਜਿਹੜੀ ਆ ਉਹ ਆਪਣੀ ਐਕਸਿਸ ਦੇ ਉੱਪਰ ਕਿੰਨਾ ਮੈਗਨੈਟਿਕ ਫੀਲਡ ਬਣਾਉਂਦੀ ਆ, ਆਪਣੇ ਸੈਂਟਰ ਦੇ ਉੱਪਰ ਕਿੰਨਾ ਮੈਗਨੈਟਿਕ ਫੀਲਡ ਬਣਾਉਂਦੀ ਆ, ਤੇ ਜੇਕਰ ਇਹ ਪੁਆਇੰਟ ਆਫ ਆਬਜ਼ਰਵੇਸ਼ਨ ਬਹੁਤ ਜ਼ਿਆਦਾ ਦੂਰ ਹੋ ਜਾਏਗਾ ਤੇ ਫਿਰ ਕਿੰਨਾ ਮੈਗਨੈਟਿਕ ਫੀਲਡ ਬਣਾਉਂਦੀ ਆ। ਤੇ ਲਾਸਟ ਦੇ ਵਿੱਚ ਆਪਾਂ ਕੀ ਕੀਤਾ, ਇਲੈਕਟ੍ਰਿਕ ਫੀਲਡ ਦੇ ਡਾਈਪੋਲ ਦੇ ਨਾਲ ਕੀ ਆ, ਮੈਗਨੈਟਿਕ ਫੀਲਡ ਦੇ ਇਸ ਕਰੰਟ ਕੈਰਿੰਗ ਸਰਕੂਲਰ ਲੂਪ ਦੀ ਤੁਲਨਾ ਕੀਤੀ ਆ। ਸੋ ਇਹ ਸਾਡੇ ਕੀ ਆ, ਐਪਲੀਕੇਸ਼ਨ ਆ ਬਾਇਟ ਸੇਵਰਟਸ ਲਾ ਦੇ। ਇਸ ਤੋਂ ਬਾਅਦ ਅਸੀਂ ਐਂਪੀਅਰ ਲਾ ਪੜਾਂਗੇ ਨੈਕਸਟ ਕਲਾਸ ਦੇ ਵਿੱਚ। ਧੰਨਵਾਦ।